जी आया नू, ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪ੍ਰੋਗਰਾਮ ਦੇ ਹੋਸਟ ਤੇ ਤੁਹਾਡੇ ਦੋਸਤ ਰਿਦਮ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਤੁਹਾਡੇ ਸਾਰਿਆਂ ਦਾ ਵੈਲਕਮ ਹੈ ਜੀ ਸਾਡੇ ਇਸ ਪ੍ਰੋਗਰਾਮ ਜਿਸ ਦਾ ਨਾਮ ਹੈਗਾ ਜੀ ਆਇਆਂ ਨੂੰ। ਸੋ ਦੋਸਤੋ, ਇਸ ਪ੍ਰੋਗਰਾਮ ਦੇ ਵਿੱਚ ਅਕਸਰ ਅਸੀਂ ਹਾਜ਼ਰ ਹੁੰਨੇ ਆ ਉਹਨਾਂ ਸ਼ਖਸੀਅਤਾਂ ਨੂੰ ਲੈ ਕੇ ਤੁਹਾਡੇ ਰੂਬਰੂ ਕਰਦੇ ਆ ਜਿਨ੍ਹਾਂ ਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ, ਪਰਦੇ ਦੇ ਉੱਪਰ ਦੇਖਦੇ ਹੋ ਔਰ ਕਾਫੀ ਡਿਮਾਂਡ ਕਰਦੇ ਹੋ ਕਿ ਆਹ ਵਾਲੇ ਕਲਾਕਾਰ ਨੂੰ ਲੈ ਕੇ ਆਓ, ਆਹ ਵਾਲੇ ਕਲਾਕਾਰ ਨੂੰ ਲੈ ਕੇ ਆਓ, ਉਹਨਾਂ ਦੀ ਜ਼ਿੰਦਗੀ ਬਾਰੇ ਜਾਣਨਾ ਚਾਹੁੰਦੇ ਹੋ। ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੀ ਖਾਸ ਸ਼ਖਸੀਅਤ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਉਹਨਾਂ ਦੀ ਜੇ ਮੈਂ ਗੱਲ ਕਰਾਂ, ਸੋ ਮੇਰਾ ਉਹਨਾਂ ਨਾਲ ਗੁਰੂ ਸ਼ੀਸ਼ੇ ਦਾ ਵੀ ਨਾਤਾ, ਮੈਂ ਉਹਨਾਂ ਦਾ ਸਟੂਡੈਂਟ ਹੈ ਜੀ। ਸੋ ਜਿਨ੍ਹਾਂ ਦੀ ਬਦੌਲਤ ਅੱਜ ਮੈਂ ਇਸ ਪਲੇਟਫਾਰਮ ਤੇ ਆ ਤੁਹਾਡੇ ਅੱਗੇ ਬੈਠਾ ਇਹ ਪ੍ਰੋਗਰਾਮ ਕਰ ਰਿਹਾ। ਸੋ ਇੱਕ ਸ਼ੀਸ਼ੇ ਹੋਣ ਦੇ ਨਾਤੇ ਮੇਰਾ ਇਹ ਫਰਜ਼ ਬਣਦਾ ਹੈ ਕਿ ਮੈਂ ਪਹਿਲਾਂ ਉਹਨਾਂ ਦਾ ਜਾ ਕੇ ਵੈਲਕਮ ਕਰਾਂ, ਉਹਨਾਂ ਨੂੰ ਆਪ ਲੈ ਕੇ ਆਵਾਂ ਬਾ ਅਦਬ। ਸੋ ਆਓ ਚੱਲਦੇ ਹਾਂ, ਉਹਨਾਂ ਨੂੰ ਪਹਿਲਾਂ ਲੈ ਕੇ ਆਉਂਦੇ ਹਾਂ, ਫਿਰ ਉਹਨਾਂ ਦੀ ਇੰਟਰੋਡਕਸ਼ਨ ਵੀ ਕਰਾਉਂਦੇ ਹਾਂ। ਆਓ ਚੱਲਦੇ ਹਾਂ। जी आया नू, जी आया नू, थैंक यू राहुल। ਅੱਛਾ ਲੱਗ ਰਿਹਾ ਸਰ ਬਹੁਤ ਜੀ। ਅੱਜ ਕਾਫੀ ਚਿਰਾਂ ਤੋਂ ਬਾਅਦ ਰੂਬਰੂ ਹੋਣ ਦਾ ਮੌਕਾ ਮਿਲਿਆ ਤੁਹਾਡੇ ਸਰ। ਮੈਨੂੰ ਵੀ ਤੁਹਾਨੂੰ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ। ਬਿਲਕੁਲ ਸਰ, ਤੁਹਾਡੇ ਤੋਂ ਹੀ ਸ਼ੁਰੂਆਤ ਹੋਈ ਸੀ ਜਿੱਥੇ ਅੱਜ ਦਾ। ਪਹਿਲਾਂ ਮੈਨੂੰ ਇੱਕ ਗੱਲ ਦੱਸੋ ਹਾਂਜੀ ਸਰ। ਵੀ ਮੈਂ ਤੁਹਾਨੂੰ ਰਾਹੁਲ ਨਾਲ ਸੰਬੋਧਨ ਕਰਾਂ ਜਾਂ ਜੋ ਤੁਹਾਡਾ ਪ੍ਰੋਗਰਾਮ ਡਿਜ਼ਾਈਨਰ ਦਾ ਨਾਮ ਹੈ ਰਿਦਮ, ਉਹਦੇ ਨਾਲ? ਸਰ ਮੇਰੇ ਤੁਸੀਂ ਗੁਰੂ ਹੋ, ਜਿਹੜੇ ਨਾਮ ਨਾਲ ਤੁਸੀਂ ਕਰਨਾ ਚਾਹੋ ਸੰਬੋਧਨ ਕਰ ਸਕਦੇ ਹੋ। ਚਲੋ ਜੋ ਵੀ ਮੈਨੂੰ ਜੀ ਰਿਦਮ ਮੈਂ ਹੋ ਸਕਦਾ, ਆਪਣੇ ਦਰਸ਼ਕਾਂ ਲਈ ਹੋ ਸਕਦਾ, ਪਰ ਤੁਹਾਡੇ ਲਈ ਮੈਂ ਰਾਹੁਲ ਆ, ਰਿਦਮ ਆ। ਜੋ ਤੁਸੀਂ ਕਹਿਣਾ ਚਾਹੁੰਦੇ ਹੋ ਸਰ ਪਿਆਰ ਨਾਲ ਉਹ ਕਹਿ ਸਕਦੇ ਹੋ। ਠੀਕ ਹੈ। ਬਿਲਕੁਲ ਸਰ। ਓਕੇ। ਬਿਕਾਜ਼ ਉਹ ਵੇਲਾ ਵੀ ਯਾਦ ਆ ਜਾਂਦਾ ਸਰ ਜਦੋਂ ਡਾਂਟ ਵੀ ਪੈਂਦੀ ਹੁੰਦੀ ਸੀ ਰਿਹਰਸਲ ਟਾਈਮ ਤੇ। ਹੁਣ ਤੁਸੀਂ ਗਾਈਡ ਕਰਨਾ ਮੈਨੂੰ। ਸ਼ੁਕਰੀਆ ਸਰ। ਇਜਾਜ਼ਤ ਹੈ ਸਰ, ਕਰੀਏ ਸ਼ੁਰੂ। ਇਰਸ਼ਾਦ ਜੀ। रोल कैमरा रोलिंग सर एक्शन। ਚਲੋ ਜੀ ਦਰਸ਼ਕੋ, ਇੰਤਜ਼ਾਰ ਦੀ ਘੜੀਆਂ ਖਤਮ। ਸੋ ਜਿਹੜੀ ਸ਼ਖਸੀਅਤ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ, ਜਿਨ੍ਹਾਂ ਦੀ ਮੈਂ ਗੱਲ ਕੀਤੀ ਸੀ ਇੰਟਰੋਡਕਸ਼ਨ ਦੀ, ਸੋ ਅਕਸਰ ਤੁਸੀਂ ਇਹਨਾਂ ਨੂੰ ਟੀਵੀ ਸਕਰੀਨ ਦੇ ਉੱਪਰ, ਪਰਦਿਆਂ ਦੇ ਉੱਪਰ ਦੇਖਿਆ, ਬਹੁਤ ਸਾਰੀਆਂ ਮੂਵੀਜ਼ ਦੇ ਵਿੱਚ ਦੇਖਿਆ, ਬਹੁਤ ਸਾਰੇ ਸੀਰੀਅਲਸ ਦੇ ਵਿੱਚ ਦੇਖਿਆ। ਸੋ ਜਿੱਥੋਂ ਇਹ ਚੀਜ਼ਾਂ ਦੀ ਸ਼ੁਰੂਆਤ ਹੋਈ ਹੈ, ਜੇ ਮੈਂ ਗੱਲ ਕਰਾਂ ਨਾਟਕਾਂ ਦੀ, ਥੀਏਟਰ ਦੀ ਗੱਲ ਕਰਾਂ, ਬਹੁਤ ਸਾਰੇ ਘਰ ਬੈਠੇ ਮੇਰੇ ਵੀਰ, ਛੋਟੇ ਭੈਣ ਭਰਾ, ਵੱਡੇ ਭੈਣ ਭਰਾ, ਜਿਨ੍ਹਾਂ ਦੇ ਜ਼ਿਹਨ ਵਿੱਚ ਬਹੁਤ ਸਾਰੀਆਂ ਕੁਐਰੀਜ਼ ਨੇ ਥੀਏਟਰ ਨੂੰ ਲੈ ਕੇ, ਕਲਾਕਾਰੀ ਨੂੰ ਲੈ ਕੇ, ਐਕਟਿੰਗ ਫੀਲਡ ਨੂੰ ਲੈ ਕੇ, ਬਹੁਤ ਸਾਰੀਆਂ ਕੁਐਰੀਜ਼ ਅੱਜ ਕਲੀਅਰ ਹੋਣ ਵਾਲੀਆਂ ਨੇ। ਸੋ ਆਓ ਪਹਿਲਾਂ ਮੇਰੇ ਟੀਚਰ, ਮੇਰੇ ਰਿਸਪੈਕਟਡ ਮੇਰੇ ਅਧਿਆਪਕ ਜਿਹੜੇ ਨੇ, ਉਹਨਾਂ ਦਾ ਵੈਲਕਮ ਕਰਦੇ ਹਾਂ। ਰਾਜੇਸ਼ ਸ਼ਰਮਾ ਜੀ ਦਾ, ਰੰਗਮੰਚ ਨਾਟਕ ਵਾਲਾ ਪਟਿਆਲਾ ਦੇ ਡਾਇਰੈਕਟਰ, ਕਲਾਕਾਰ। ਆਓ ਵੈਲਕਮ ਕਰਦੇ ਹਾਂ, ਜੀ ਆਇਆਂ ਨੂੰ ਕਰਦੇ ਹਾਂ। ਜੀ ਆਇਆਂ ਨੂੰ ਸਰ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਥੈਂਕ ਯੂ ਰਾਹੁਲ। ਤੇ ਮੈਂ ਚੜ੍ਹਦੀ ਕਲਾ ਟਾਈਮ ਟੀਵੀ ਦਾ ਬਹੁਤ ਸ਼ੁਕਰਗੁਜ਼ਾਰ ਹਾਂ। ਉਹਨਾਂ ਨੇ ਮੈਨੂੰ ਇੱਥੇ ਬੁਲਾ ਕੇ ਮਤਲਬ ਥੀਏਟਰ ਨੂੰ ਪ੍ਰਮੋਟ ਕਰਨ ਦੀ ਇੱਕ ਉਪਰਾਲਾ ਕੀਤਾ। ਜੀ ਬਹੁਤ ਬਹੁਤ ਧੰਨਵਾਦ। ਸੋ ਦਰਸ਼ਕੋ, ਜਿਹੜਾ ਤੁਸੀਂ ਪੰਜਾਬੀ ਇੰਡਸਟਰੀ ਦੀ ਮੈਂ ਗੱਲ ਕੀਤੀ ਆ ਸਟਾਰਟਿੰਗ ਦੇ ਵਿੱਚ ਕਿ ਕਲਾਕਾਰੀ ਦੀ ਸ਼ੁਰੂਆਤ ਕਿੱਥੋਂ ਹੋਈ ਆ, ਇਹ ਰੰਗਮੰਚ ਦੀ ਕੀ ਇੰਪੋਰਟੈਂਸ ਹੈ ਕਲਾਕਾਰੀ ਖੇਤਰ ਦੇ ਵਿੱਚ, ਪੰਜਾਬੀ ਇੰਡਸਟਰੀ ਦੇ ਵਿੱਚ। ਸੋ ਮੈਨੂੰ ਨਹੀਂ ਲੱਗਦਾ ਕਿ ਸਰ ਤੋਂ ਉੱਪਰ ਕੋਈ ਇਹਦੀ ਵਿਆਖਿਆ ਕਰ ਸਕਦਾ ਹੈ। ਸੋ ਆਪਾਂ ਬਹੁਤ ਸਾਰੀ ਕੁਐਰੀ ਸਰ ਕੋ ਪੁੱਛਾਂਗੇ। ਸੋ ਪਹਿਲਾਂ ਸਰ ਦੇ ਜੀਵਨ ਬਾਰੇ ਜਾਣਦੇ ਹਾਂ ਕਿ ਸਰ ਇਹ ਸਾਰੀ ਜ਼ਿੰਦਗੀ ਤੁਸੀਂ ਰੰਗਮੰਚ ਨੂੰ ਸਮਰਪਿਤ ਕਰ ਦਿੱਤੀ ਹੈ ਹੁਣ ਤੱਕ। ਸਰ ਇਹਦੀ ਸ਼ੁਰੂਆਤ ਕਿੱਦਾਂ ਹੋਈ, ਜ਼ਿਹਨ ਦੇ ਵਿੱਚ ਕਿੱਦਾਂ ਆਇਆ ਕਿ ਮੈਂ ਰੰਗਮੰਚ ਦੇ ਵਿੱਚ ਹੀ ਜਾਣਾ? ਐਕਚੁਅਲੀ ਜਿਹੜੇ ਸਾਡੇ ਟਾਈਮ ਸੀਗੇ ਜੀ, ਉਦੋਂ ਕੋਈ ਇਸ ਤਰ੍ਹਾਂ ਕੈਰੀਅਰ ਕੌਨਸ਼ੀਅਸ ਨਹੀਂ ਸੀ ਲੋਕ ਜੀ, ਕਿ ਆਪਣੇ ਕੈਰੀਅਰ ਬਾਰੇ ਸੋਚਣ। ਸਿਰਫ ਪੜ੍ਹਦੇ ਸੀ ਅਸੀਂ ਕਾਲਜ ਦੇ ਵਿੱਚ, ਇਹ ਨਹੀਂ ਪਤਾ ਸੀ ਵੀ ਕਿੱਧਰ ਜਾਣਾ ਕਿੱਧਰ ਨਹੀਂ ਜਾਣਾ, ਜੀ ਸਰ, ਕੁਝ ਨਹੀਂ ਪਤਾ ਸੀ। ਲੇਕਿਨ ਕਾਲਜ ਦੇ ਵਿੱਚ ਇੱਕ ਵਾਰੀ ਸਾਡੇ ਟੀਚਰ ਨੇ, ਮਤਲਬ ਅਸੀਂ ਲਿਟਰੇਚਰ ਪੜ੍ਹਦੇ ਸੀ, ਹਿੰਦੀ ਲਿਟਰੇਚਰ, ਤਾਂ ਉਹਨਾਂ ਨੇ ਕਿਹਾ ਕਿ ਕੁਝ ਲਿਖ ਕੇ ਲਿਆਓ ਮੈਗਜ਼ੀਨ ਵਾਸਤੇ। ਤਾਂ ਮੈਂ ਇੱਕ ਆਰਟੀਕਲ ਲਿਖਿਆ ਹੜਤਾਲ ਤੇ, ਸਟੂਡੈਂਟ ਹੜਤਾਲ ਤੇ, ਤਾਂ ਉਹਨਾਂ ਨੂੰ ਬਹੁਤ ਪਸੰਦ ਆਇਆ। ਉਹੀ ਡਰਾਮੇ ਦੇ ਇੰਚਾਰਜ ਵੀ ਸੀ। ਫਿਰ ਉਹਨਾਂ ਨੇ ਮੈਨੂੰ ਡਰਾਮੇ ਦੇ ਵਿੱਚ ਵੀ, ਮਤਲਬ ਉਹ ਕਹਿੰਦੇ ਤੂੰ ਡਰਾਮਾ ਵੀ ਕਰ। ਤੇ ਫਿਰ ਉਹ ਮਤਲਬ ਬਖਸ਼ੀ ਸਰ ਸੀ, ਯੋਗਿੰਦਰ ਬਖਸ਼ੀ, ਉਹਨਾਂ ਨੇ ਸਭ ਤੋਂ ਪਹਿਲਾਂ ਮਤਲਬ ਮੈਨੂੰ ਇਨਵਾਈਟ ਕੀਤਾ ਰਿਹਰਸਲ ਤੇ, ਡਰਾਮੇ ਦੀ ਰਿਹਰਸਲ ਤੇ। ਤੇ ਉਹ ਬੜਾ ਵਧੀਆ ਨਾਟਕ ਸੀ, ਕੋਇਲੇ ਕੀ ਖਾਨ, ਜਿਹਦੇ ਤੇ ਫਿਲਮ ਵੀ ਬਣੀ ਕਾਲਾ ਪੱਥਰ ਬਾਅਦ 'ਚ। ਹਾਂਜੀ। ਤੇ ਉਹ ਨਾਟਕ ਮਤਲਬ ਸਾਨੂੰ ਪਹਿਲੀ ਵਾਰੀ ਕਰਵਾਇਆ ਉਹਨਾਂ ਨੇ।
ਕੀ ਬਾਤ ਹੈ। ਸੋ ਸਰ ਜਿੱਥੇ ਤੁਸੀਂ ਗੱਲ ਕੀਤੀ ਹੈ ਕਿ ਜਦੋਂ ਸ਼ੁਰੂਆਤੀ ਦੌਰ ਸੀ, ਜਦੋਂ ਤੁਸੀਂ ਸ਼ੁਰੂਆਤ ਕੀਤੀ ਆ, ਰੁਝਾਨ ਹੋਇਆ ਕਿ ਆਪਾਂ ਰੰਗਮੰਚ ਵੱਲ ਜਾਂਦੇ ਆ, ਕਿ ਪਲੇਟਫਾਰਮ ਨਹੀਂ ਸੀਗੇ ਸਰ, ਕੀ ਸੋਚ ਕੇ ਕਿ ਆਪਣੇ ਸ਼ੌਂਕ ਨੂੰ ਲੈ ਕੇ ਸ਼ੁਰੂਆਤ ਕੀਤੀ ਸੀ ਜਾਂ ਆਪਣੇ ਕਰੀਅਰ ਨੂੰ ਸੋਚ ਕੇ ਹੀ ਕੀਤੀ ਸੀ ਸ਼ੁਰੂਆਤ? ਸਾਡਾ ਤਾਂ ਇਹ ਸੀ ਵੀ ਸਿੰਪਲ BA ਕਰ ਲਈਏ ਪਹਿਲਾਂ ਜੀ, ਹਾਂਜੀ, ਪੜ੍ਹ ਲਈਏ, ਉਸ ਤੋਂ ਬਾਅਦ ਕਿੱਧਰ ਜਾਣਾ ਕਿੱਧਰ ਨਹੀਂ ਜਾਣਾ। ਮੈਂ ਥੋੜਾ ਜਿਹਾ ਮਤਲਬ ਸਾਡੇ ਘਰ ਦੇ ਜ਼ਰੂਰ ਇਹ ਕਹਿੰਦੇ ਸੀ ਵੀ ਲਾਅ ਕਰਾਉਣੀ ਆ ਤੈਨੂੰ, ਠੀਕ ਹੈ ਜੀ। ਉਹਨਾਂ ਨੇ ਕੋਸ਼ਿਸ਼ ਵੀ ਕੀਤੀ, ਆਗਰੇ ਵੀ ਭੇਜਿਆ ਮੈਨੂੰ ਐਡਮਿਸ਼ਨ ਵਾਸਤੇ, ਲੇਕਿਨ ਉਹ ਇੱਧਰ ਸੀਗਾ ਧਿਆਨ, ਇੱਧਰੋਂ ਮੈਨੂੰ ਕਾਲ ਆ ਗਈ ਉੱਥੋਂ, ਇੱਕ ਡਰਾਮਾ ਕਰਦੇ ਸੀ ਸਰਦਾਰ ਜੀਤ ਬਾਵਾ ਜੀ, ਸੰਤ ਸਿਪਾਹੀ, ਹਾਂਜੀ ਜਲੰਧਰ ਤੋਂ, ਹਾਂਜੀ ਹਾਂਜੀ ਹਾਂ, ਤਾਂ ਉਮੇਸ਼ ਸ਼ਰਮਾ ਸੀ, ਉਹ ਮੈਨੂੰ ਲੈ ਗਏ ਉੱਥੇ, ਤੇ ਉਹ ਮੈਂ ਬਲਕਿ ਜਿੱਧਰ ਜਾਣਾ ਸੀ ਉਧਰ ਤਾਂ ਗਿਆ ਨਹੀਂ, ਲਾਅ ਤਾਂ ਕੀਤੀ ਨਹੀਂ, ਫਿਰ ਇੱਧਰ ਚਲੇ ਗਏ। ਤਾਂ ਉੱਥੋਂ ਫਿਰ ਥੀਏਟਰ ਸ਼ੁਰੂ ਹੋ ਗਿਆ, ਰੈਗੂਲਰ ਥੀਏਟਰ ਸ਼ੁਰੂ ਹੋ ਗਿਆ, ਮਤਲਬ ਡੇਲੀ ਸ਼ੋਅ ਕਰਦੇ ਸੀ ਉਹ, ਤੇ ਉੱਥੋਂ ਥੀਏਟਰ ਸ਼ੁਰੂ ਹੋ ਗਿਆ। ਫਿਰ ਇੱਥੇ ਮੈਂ ਐਡਮਿਸ਼ਨ ਲੈ ਲਈ MA 'ਚ, ਪੰਜਾਬੀ ਯੂਨੀਵਰਸਿਟੀ ਥੀਏਟਰ ਡਿਪਾਰਟਮੈਂਟ 'ਚ, ਤੇ ਇੱਥੇ 1985 ਦੇ ਵਿੱਚ ਮੈਂ ਆਪਣੀ MA ਕੰਪਲੀਟ ਕੀਤੀ। ਉਸ ਤੋਂ ਬਾਅਦ ਥੋੜ੍ਹੀ ਦੇਰ ਮੈਂ ਰੇਡੀਓ ਨਾਲ ਜੁੜਿਆ ਰਿਹਾ, ਜਲੰਧਰ ਰੇਡੀਓ ਨਾਲ, ਤੇ ਫਿਰ ਉਸ ਤੋਂ ਬਾਅਦ ਮਤਲਬ ਮੈਂ ਫੈਸਲਾ ਕਰ ਲਿਆ ਕਿ ਰੰਗਮੰਚ ਹੀ ਕਰੀਏ। ਰੰਗਮੰਚ ਮੇਰਾ ਦਿਲ ਬੜਾ ਲੱਗਦਾ ਸੀ, ਹਾਂ, ਮੈਨੂੰ ਇੰਨਾ ਚੰਗਾ ਲੱਗਦਾ ਸੀ ਨਾ ਰੋਲ ਕਰਕੇ, ਆਪਣੇ ਆਪ ਨੂੰ ਪ੍ਰੈਜ਼ੈਂਟ ਕਰਕੇ, ਤੇ ਕੁਝ ਹੁੰਦਾ ਵੀ ਵਧੀਆ ਸੀਗਾ ਕਿਉਂਕਿ ਦਿਲ ਨਾਲ ਕਰਦੇ ਸੀ, ਲਗਨ ਨਾਲ ਕਰਦੇ ਸੀ ਕੰਮ, ਤਾਂ ਉਹ ਬੜੀ ਐਪਰੀਸ਼ੀਏਸ਼ਨ ਮਿਲਦੀ ਸੀ ਲੋਕਾਂ ਵੱਲੋਂ, ਤੇ ਫਿਰ ਉਹ ਮਤਲਬ ਇਸ ਕਰਕੇ ਮੈਂ ਤਾਂ ਟੁੱਟ ਹੀ ਨਹੀਂ ਸਕਿਆ ਕਿ ਆਪਣੇ ਪੈਸ਼ਨ ਨੂੰ ਹੀ ਆਪਣਾ ਕਿੱਤਾ ਤੱਕ ਬਣਾਉਣ ਦਾ ਤੁਸੀਂ ਡਿਸੀਜਨ ਲੈ ਲਿਆ। ਕੁਝ ਦਿਖਿਆ ਹੀ ਨਹੀਂ ਅੱਗੇ ਰੰਗਮੰਚ ਤੋਂ ਅੱਗੇ, ਕਿਉਂਕਿ ਫਾਦਰ ਜਿਸ ਤਰ੍ਹਾਂ ਸਾਰੇ ਫਾਦਰ ਹੁੰਦੇ ਨੇ ਵੀ ਸਾਡਾ ਬੇਟਾ ਛੇਤੀ ਸੈੱਟ ਹੋਵੇ, ਮੇਰੇ ਫਾਦਰ ਨੇ ਵੀ ਮੈਨੂੰ ਮਤਲਬ ਆਪਣੇ ਸੋਰਸਸ ਨਾਲ ਬਿਜਲੀ ਬੋਰਡ 'ਚ ਮਤਲਬ ਨੌਕਰੀ ਲਵਾਉਣ ਦੀ ਕੋਸ਼ਿਸ਼ ਕੀਤੀ ਸੀ, ਤੇ ਗੱਲ ਵੀ ਹੋ ਗਈ ਸੀ ਸਾਰੀ ਫਾਈਨਲ ਇਹ ਉਹ, ਪਰ ਮੇਰਾ ਰੁਝਾਨ ਇੱਧਰ ਸੀ, ਮੈਂ ਗਿਆ ਹੀ ਨਹੀਂ, ਮੈਂ ਉੱਧਰ ਜਲੰਧਰ ਚਲਾ ਗਿਆ ਥੀਏਟਰ ਕਰਨ, ਤੇ ਮੈਂ ਉੱਥੇ ਗਿਆ ਹੀ ਨਹੀਂ ਜਿੱਥੇ ਉਹਨਾਂ ਨੇ ਭੇਜਣਾ ਸੀਗਾ। ਔਰ ਬਿਲਕੁਲ ਸਰ ਤੁਸੀਂ ਬਿਲਕੁਲ ਸਹੀ ਕੀਤਾ ਜਲੰਧਰ ਨਾ ਜਾ ਕੇ, ਤੁਸੀਂ ਜੇ ਉਦੋਂ ਚਲੇ ਜਾਂਦੇ ਤਾਂ ਅੱਜ ਇੱਥੇ ਮੈਂ ਵੀ ਨਾ ਹੁੰਦਾ ਔਰ ਇੱਥੇ ਅੱਜ ਸਰ ਵੀ ਨਾ ਹੁੰਦੇ। ਸੋ ਪਰਮਾਤਮਾ ਨੇ ਜਿਹੜੀ ਚੀਜ਼ ਲਿਖੀ ਹੁੰਦੀ ਆ ਉਹ ਅਟਲ ਹੁੰਦੀ ਆ। ਮੈਂ ਅਕਸਰ ਆਪਣੇ ਪ੍ਰੋਗਰਾਮਾਂ ਦੇ ਵਿੱਚ ਗੱਲ ਕਰਦਾ ਕਿ ਸ਼ੌਂਕ ਨਾ ਮਰਨ ਦਿਓ, ਸ਼ੌਂਕ ਹੀ ਬੰਦੇ ਨੂੰ ਜਿੰਦਾ ਰੱਖਦੇ ਆ, ਔਰ ਅੱਜ ਉਸੇ ਸ਼ੌਂਕ ਸਦਕਾ ਹੀ ਸਰ ਇੰਨੇ ਵੱਡੇ ਮੁਕਾਮ ਤੇ ਨੇ, ਔਰ ਮੇਰਾ ਮਤਲਬ ਇਹ ਮੈਂ ਲੱਕੀ ਆ ਕਿ ਮੈਨੂੰ ਇਹਨਾਂ ਦਾ ਸਟੂਡੈਂਟ ਬਣਨ ਦਾ ਮੌਕਾ ਮਿਲਿਆ। ਸੋ ਮੈਂ ਬਹੁਤ ਸਿੱਖਿਆ ਸਰ ਕੋਲੋਂ, ਔਰ ਅੱਜ ਮੈਂ ਸਰ ਕੋਲੋਂ ਐਸੀਆਂ ਗੱਲਾਂ ਹੀ ਪੁੱਛਣੀਆਂ ਕਿ ਜਿਹੜੀਆਂ ਤੁਹਾਨੂੰ ਘਰ ਬੈਠੇ ਸਿੱਖਣ ਨੂੰ ਮਿਲਣ। ਸੋ ਤੁਹਾਡੇ ਜ਼ਿਹਨ 'ਚ ਬਹੁਤ ਚੀਜ਼ਾਂ ਨੇ ਕਿ ਅੱਜ ਕੱਲ੍ਹ ਸੋਸ਼ਲ ਨੈਟਵਰਕ ਦਾ ਜ਼ਮਾਨਾ ਹੈ ਸਰ, ਘਰ ਘਰ ਮੋਬਾਈਲ ਫੋਨ ਹੱਥਾਂ ਦੇ ਵਿੱਚ ਆ, ਹਰ ਇੱਕ ਬੱਚੇ ਦੇ ਹੱਥ ਦੇ ਵਿੱਚ ਮੋਬਾਈਲ ਆ, ਪਰ ਛੋਟੇ ਪਲੇਟਫਾਰਮਾਂ ਤੋਂ ਉਹਨਾਂ ਨੂੰ ਇਦਾਂ ਹੈ ਕਿ ਅਸੀਂ ਆਰਟਿਸਟ ਬਣ ਸਕਦੇ ਹਾਂ। ਜਿੱਦਾਂ ਮੈਂ ਗੱਲ ਕਰਾਂ ਰੀਲਸ ਦੀ, ਟਿਕਟੋਕਸ ਦੀ, ਹਰ ਇੱਕ ਨੂੰ ਇਦਾਂ ਹੈ ਕਿ ਅਸੀਂ ਫਿਲਮਾਂ ਦੇ ਵਿੱਚ ਜਾ ਸਕਦੇ ਹਾਂ, ਕਲਾਕਾਰੀ ਕਰ ਸਕਦੇ ਹਾਂ। ਇੱਕ ਤਾਂ ਸਰ ਤੁਸੀਂ ਇਹ ਦੱਸੋ ਸਾਡੇ ਜਿੰਨੇ ਵੀ ਘਰ ਬੈਠੇ ਦਰਸ਼ਕ ਨੇ ਕਿ ਜਿਹੜਾ ਰੰਗਮੰਚ ਹੈ ਇਹ ਕਲਾਕਾਰੀ ਦੇ ਵਿੱਚ ਇਹਦੀ ਇੰਪੋਰਟੈਂਸ ਕੀ ਹੈ, ਕਿਉਂ ਜ਼ਰੂਰੀ ਹੈ? ਜੇ ਤੁਸੀਂ ਅਦਾਕਾਰੀ ਦੇ ਵਿੱਚ ਜਾਣਾ ਆ ਤਾਂ ਰੰਗਮੰਚ ਕਿਉਂ ਜ਼ਰੂਰੀ ਹੈ? ਜੀ ਸਰ। ਦੇਖੋ ਰੰਗਮੰਚ ਹੈ ਜਿਹੜਾ ਇਹ ਪਾਈਸ ਚੀਜ਼ ਹੈ, ਪਵਿੱਤਰ ਹੈ ਜੀ ਸਰ। ਇਹ ਇੱਕ ਵਧੀਆ ਇਨਸਾਨ ਬਣਾਉਂਦਾ ਇਨਸਾਨ ਨੂੰ ਜੀ, ਠੀਕ ਹੈ ਨਾ। ਇਸ ਤੋਂ ਪਹਿਲਾਂ ਮਤਲਬ ਜਿਹੜੇ ਮੇਰੇ ਜਦੋਂ ਮੈਂ ਯੰਗ ਹੁੰਦਾ ਸੀ ਮੇਰੇ 'ਚ ਬਹੁਤ ਐਸੀਆਂ ਕਮੀਆਂ ਸੀਗੀਆਂ ਆਪਣੀ ਜ਼ਿੰਦਗੀ 'ਚ, ਵੀ ਫਲਾਨੀ ਚੀਜ਼ ਹੈ ਇੱਥੋਂ ਐਂ ਕਰ ਲਓ, ਛੋਟੀਆਂ ਚਲਾਕੀਆਂ ਜਿਹੜੀਆਂ ਹੁੰਦੀਆਂ ਮਤਲਬ ਯੂਥ 'ਚ। ਲੇਕਿਨ ਜਦੋਂ ਮੈਂ ਰੰਗਮੰਚ 'ਚ ਆਇਆ ਤਾਂ ਮੈਂ ਇੱਕਦਮ ਚੇਂਜ ਹੋ ਗਿਆ, ਮਤਲਬ ਉਹ ਸਾਰੀਆਂ ਚੀਜ਼ਾਂ ਮੈਂ ਛੱਡਤੀਆਂ, ਉਹ ਸਾਰੀਆਂ ਮੈਨੂੰ ਇੱਕ ਵਧੀਆ ਇਨਸਾਨ ਬਣਨ ਦਾ ਮੌਕਾ ਦਿੱਤਾ ਰੰਗਮੰਚ ਨੇ। ਇਹ ਰੰਗਮੰਚ ਮਤਲਬ, ਤੇ ਦੂਜਾ ਇਹ ਜਿਹੜੀ ਲਾਈਵ ਹੈ ਨਾ ਇਹੀ ਚੀਜ਼ ਬਚਾਊਗੀ। ਇਨਸਾਨ ਨੇ ਆਪਣੇ ਆਪ ਨੂੰ ਆਪ ਹੀ ਬਰਬਾਦ ਕਰਨਾ ਸ਼ੁਰੂ ਕਰ ਲਿਆ, ਠੀਕ ਹੈ ਜੀ। ਤਾਂ ਇਸ ਚੀਜ਼ ਤੋਂ ਜੇ ਕੋਈ ਉਬਾਰ ਸਕਦੀ ਹੈ ਚੀਜ਼ ਮੇਰੀ ਨਜ਼ਰ 'ਚ ਤਾਂ ਉਹ ਸਿਰਫ ਰੰਗਮੰਚ ਹੈ, ਕਿਉਂਕਿ ਲਾਈਵ ਹੈ, ਲਾਈਵ ਚੀਜ਼ ਹੀ ਬਚਾ ਸਕਦੀ ਹੈ, ਤੁਹਾਨੂੰ ਕੋਈ ਨਕਲੀ ਚੀਜ਼ਾਂ ਨਹੀਂ ਬਚਾ ਸਕਦੀਆਂ। ਸੋ ਇੱਕ ਕਲਾਕਾਰ ਦਾ ਸਭ ਤੋਂ ਪਹਿਲਾਂ ਜਿਹੜਾ ਪੁਆਇੰਟ ਆ, ਸਭ ਤੋਂ ਮੇਨ ਇੰਪੋਰਟੈਂਟ ਚੀਜ਼ ਆ, ਇੱਕ ਉਹਦਾ ਅੱਛਾ ਇਨਸਾਨ ਹੋਣਾ ਹੈ। ਇੱਕ ਅੱਛਾ ਇਨਸਾਨ ਹੀ ਅੱਛਾ ਆਰਟਿਸਟ ਹੋ ਸਕਦਾ, ਇਹ ਵੀ ਕਹਿ ਸਕਦੇ ਹਾਂ ਸਰ? ਜੀ ਕਿਉਂਕਿ ਜੇ ਅੱਛੇ ਇਨਸਾਨ ਇਸ ਦੁਨੀਆ ਤੇ ਆਉਣਗੇ ਤਾਂ ਹੀ ਸਾਡੀ ਮਤਲਬ ਦੁਨੀਆ ਖੂਬਸੂਰਤ ਹੋ ਸਕਦੀ ਹੈ, ਮਾਨਵਤਾ ਦੀ ਪ੍ਰਮੋਸ਼ਨ ਹੋ ਸਕਦੀ ਹੈ, ਠੀਕ ਹੈ ਜੀ। ਤੇ ਉਹਦਾ ਇਹ ਬੜਾ ਜ਼ਰੂਰੀ ਹੈ, ਇਸ ਲਈ ਰੰਗਮੰਚ ਜ਼ਰੂਰੀ ਹੈ। ਅਸੀਂ ਭੁੱਲਦੇ ਜਾ ਰਹੇ ਹਾਂ, ਅਸੀਂ ਇਹਨੂੰ ਛੱਡਤਾ ਕਿਤੇ ਨਾ ਕਿਤੇ, ਅਸੀਂ ਇਹਨੂੰ ਭੁੱਲਦੇ ਜਾ ਰਹੇ ਹਾਂ। ਉਹ ਭੁੱਲਣ 'ਚ ਅਸੀਂ ਕਿਤੇ ਨਾ ਕਿਤੇ ਨੈਤਿਕਤਾ ਨੂੰ ਖੋਂਦੇ ਜਾ ਰਹੇ ਹਾਂ, ਜੋ ਨੈਤਿਕਤਾ ਨਾ ਸਾਡੀ ਮਰਦੀ ਜਾ ਰਹੀ ਹੈ। ਯੂਥ ਬਾਹਰ ਭੱਜ ਰਿਹਾ, ਪੈਸੇ ਦੀ ਦੌੜ ਹੋ ਗਈ ਹੈ, ਡਿਜੀਟਲਾਈਜੇਸ਼ਨ ਹੋ ਗਿਆ ਜ਼ਿਆਦਾ, ਆਧੁਨਿਕ ਜ਼ਮਾਨਾ ਜ਼ਿਆਦਾ ਹੋ ਗਿਆ। ਕੀ ਕਾਰਨ ਕੀ ਲੱਗਦਾ ਤੁਹਾਨੂੰ ਸਰ? ਯੂਥ ਦਾ ਭਟਕਣਾ ਇਸ ਤਰ੍ਹਾਂ ਨਾ ਵੀ ਹੁਣ ਕੰਪੈਰੀਜ਼ਨ
ਹੋ ਗਿਆ ਬਹੁਤ ਵੱਡਾ, ਜੀ ਜਿਵੇਂ ਸਾਡਾ ਪੰਜਾਬੀ ਯੂਥ ਹੈ, ਜੀ ਠੀਕ ਹੈ ਜੀ। ਅਸੀਂ ਜਦੋਂ ਬਾਕੀ ਵਰਲਡ ਦੇ, ਹੁਣ ਅਸੀਂ ਵਰਲਡ ਦੇ ਨਾਲ ਜੁੜ ਗਏ ਹਾਂ ਸਾਰੇ, ਜੀ ਸਰ, ਜੀ ਮੀਡੀਆ ਨੇ ਜਾਂ ਸੋਸ਼ਲ ਨੈਟਵਰਕ ਨੇ ਸਾਰੇ ਵਰਲਡ ਨੂੰ ਇੱਕ ਕਰਤਾ। ਜੀ ਅਸੀਂ ਦੇਖ ਰਹੇ ਹਾਂ ਵੀ ਡਾਲਰ ਤਾਂ ਹੈਗਾ 75 ਰੁਪਏ ਦਾ, ਜੀ। ਰੁਪਈਆ ਹੈਗਾ ਰੁਪਈਏ ਦਾ, ਠੀਕ ਹੈ ਨਾ ਜੀ। ਤਾਂ ਅਸੀਂ ਉਧਰ ਨੂੰ ਭੱਜੇ ਹੋਵਾਂਗੇ, ਬਿਲਕੁਲ ਭੱਜਾਂਗੇ ਨਾ, ਜੀ। ਕਿਉਂਕਿ ਅਸੀਂ ਪੈਸਾ ਕਮਾਉਣਾ ਚਾਹੁੰਦੇ ਹਾਂ ਵੱਧ ਤੋਂ ਵੱਧ, ਜੀ ਠੀਕ ਹੈ ਜੀ। ਸੋ ਉਹ ਇਹ ਜਿਹੜਾ ਫਰਕ ਹੈ ਦੁਨੀਆ ਦੇ ਵਿੱਚ ਸਾਡੇ ਕੰਟਰੀ ਤੇ ਦੂਜਿਆਂ 'ਚ, ਜੀ। ਇਹ ਜਿਹੜਾ ਫਰਕ ਹੈ ਨਾ, ਇਹ ਮਤਲਬ ਜ਼ਿਆਦਾ ਬੇਚੈਨ ਕਰ ਰਿਹਾ ਸਾਡੇ ਯੂਥ ਨੂੰ, ਬਹੁਤ ਜ਼ਿਆਦਾ ਬੇਚੈਨ ਕਰ ਰਿਹਾ, ਤੇ ਹਰ ਕੋਈ ਅੱਜ ਬਾਹਰ ਭੱਜਣ ਨੂੰ ਫਿਰ ਰਿਹਾ, ਜੀ ਠੀਕ ਹੈ ਨਾ ਜੀ। ਸਾਰਾ ਯੂਥ, ਸਾਰਾ ਪੰਜਾਬ। ਸੋ ਸਰ ਮੈਂ ਗੱਲ ਇਹ ਕਰਨਾ ਚਾਹੁੰਦਾ ਸੀਗਾ, ਘਰ ਬੈਠੇ ਜਿੰਨੇ ਵੀ ਯੂਥ ਆ ਪ੍ਰੋਗਰਾਮ ਦੇਖ ਰਹੇ ਸਾਡੇ ਦਰਸ਼ਕ, ਇਹਨਾਂ ਦੇ ਜ਼ਿਹਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਕਿ ਜਿਹੜਾ ਰੰਗਮੰਚ ਆ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਵੀ ਰੰਗਮੰਚ ਨੂੰ ਇੰਨੀ ਇੰਪੋਰਟੈਂਸ ਨਹੀਂ ਮਿਲਦੀ, ਪਰ ਉਹਨਾਂ ਦੇ ਦਿਲ ਦੇ ਵਿੱਚ ਇਹ ਹੈ ਕਿ ਇੰਪੋਰਟੈਂਟ ਕਿਉਂ ਆ, ਡਿਫਰੈਂਸ ਕੀ ਆ ਨਾਟਕ ਵਾਲਾ ਦੇ ਵਿੱਚ, ਰੰਗਮੰਚ ਦੇ ਵਿੱਚ, ਔਰ ਪੰਜਾਬੀ ਇੰਡਸਟਰੀ ਜਿਹੜੀ ਪਰਦੇ ਦੇ ਉੱਪਰ ਆ, ਸੋ ਉਹਦੀ ਕੀ ਡੂੰਘਾਈ ਹੈ। ਸੋ ਇਹ ਡੂੰਘਾਈ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ, ਤੁਹਾਡੇ ਕੰਮ ਆਉਣ ਵਾਲੀਆਂ ਚੀਜ਼ਾਂ ਤੁਹਾਡੇ ਤੱਕ ਜ਼ਰੂਰ ਲੈ ਕੇ ਆਵਾਂਗੇ, ਪਰ ਥੋੜੀ ਦੇਰ ਲਈ ਰੁਕਣਾ ਪੈਣਾ, ਛੋਟੀ ਜੀ ਬ੍ਰੇਕ ਦਾ ਟਾਈਮ ਹੈ। ਸੋ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਵੇਖੋ ਸਾਡਾ ਵਿਸ਼ੇਸ਼ ਮੁਲਾਕਾਤਾਂ ਤੇ ਆਧਾਰਿਤ ਪ੍ਰੋਗਰਾਮ ਖਾਸ ਮੁਲਾਕਾਤ ਹਰ ਐਤਵਾਰ ਦੁਪਹਿਰ 3:30 ਵਜੇ ਤੇ ਰਿਪੀਟ ਟੈਲੀਕਾਸਟ ਹਰ ਵੀਰਵਾਰ ਦੁਪਹਿਰ 2 ਵਜੇ ਸਿਰਫ ਚੜ੍ਹਦੀ ਕਲਾ ਟਾਈਮ ਟੀਵੀ ਤੇ। ਖਾਸ ਮੁਲਾਕਾਤ, ਖਾਸ ਮੁਲਾਕਾਤ। ਜੀ ਆਇਆਂ ਨੂੰ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਵੈਲਕਮ, ਜੀ ਆਇਆਂ ਨੂੰ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਮੂਵੀ ਇੰਡਸਟਰੀ ਦੇ ਵਿੱਚ ਰੰਗਮੰਚ ਦੀ ਡੂੰਘਾਈ ਕੀ ਹੈ, ਇੰਪੋਰਟੈਂਸ ਕੀ ਹੈ। ਸੋ ਜਿੱਥੇ ਤੁਸੀਂ ਮੇਰੇ ਸਰ ਨੂੰ ਮੂਵੀਜ਼ ਦੇ ਵਿੱਚ ਵੀ ਦੇਖਿਆ ਬਹੁਤ ਸਾਰੀਆਂ, ਜੇ ਮੈਂ ਗੱਲ ਕਰਾਂ ਦਲਜੀਤ ਜੀ ਦੀ ਅੰਬਰਸਰੀਆ, ਰੋਸ਼ਨ ਪ੍ਰਿੰਸ ਜੀ ਦੀ ਰਾਂਝਾ ਰਫਿਊਜੀ, ਹੋਰ ਅਨੇਕਾਂ ਫਿਲਮਾਂ ਨੇ। ਆਓ ਹੁਣ ਡਿਫਰੈਂਸ ਦੇ ਪੁੱਛਦੇ ਹਾਂ ਸਰ ਕੋਲੋਂ ਕਿ ਡੂੰਘਾਈ ਕੀ ਹੈ ਰੰਗਮੰਚ ਦੀ ਔਰ ਪੰਜਾਬੀ ਇੰਡਸਟਰੀ ਦੇ ਵਿੱਚ ਜਿਹੜੀ ਪਰਦੇ ਦੇ ਉੱਪਰ ਅਦਾਕਾਰੀ ਹੈ। ਜੀ ਸਰ। ਰੰਗਮੰਚ ਦਾ ਜਿਹੜਾ ਟੈਕਸਚਰ ਆ ਰਫ ਹੁੰਦਾ, ਜੀ ਸਰ। ਇਹਦਾ ਟੀਵੀ ਦਾ ਜਾਂ ਫਿਲਮਾਂ ਦਾ ਉਹ ਥੋੜਾ ਪੋਲਾਈਟ ਹੁੰਦਾ। ਜੀ ਸਰ। ਜਿੱਥੇ ਤੱਕ ਮੈਂ ਮਹਿਸੂਸ ਕੀਤਾ ਕਿ ਰੰਗਮੰਚ 'ਚ ਰੋਮਾਂਚ ਹੁੰਦਾ, ਜੀ ਜੋ ਤੁਹਾਨੂੰ ਫਿਲਮ ਦੀ ਐਕਟਿੰਗ 'ਚ ਨਹੀਂ ਮਿਲਦਾ। ਜੀ ਰੋਮਾਂਚ ਕਿ ਮੈਂ ਡਾਇਲੌਗ ਨਾ ਭੁੱਲ ਜਾ। ਜੀ ਲਾਈਵ ਚੱਲ ਰਿਹਾ ਨਾ ਸਾਰਾ ਕੁਝ, ਬਿਲਕੁਲ ਸਰ। ਤੁਸੀਂ ਇੱਕ ਗਲਤੀ ਕਰਤੀ ਤਾਂ ਉਹਦੀ ਮਾਫੀ ਨਹੀਂ ਹੈ, ਉਹ 'ਚ ਰੰਗਮੰਚ 'ਚ ਮਾਫੀ ਨਹੀਂ ਹੈ। ਬਹੁਤ ਸਾਰੇ ਲਾਈਵ ਤੁਹਾਨੂੰ ਦੇਖਣ ਵਾਲੇ ਬੈਠੇ। ਹਾਂਜੀ ਹਾਂ, ਰੰਗਮੰਚ 'ਚ ਮਾਫੀ ਨਹੀਂ ਹੈ। ਜੀ। ਫਿਲਮ 'ਚ ਤਾਂ ਜੇ ਤੁਸੀਂ ਗਲਤੀ ਕਰਤੀ ਉਹ ਕੱਟ ਹੋ ਜਾਏਗਾ, ਉਹ ਫਿਰ ਤੁਹਾਨੂੰ ਪਿੱਛੋਂ ਪ੍ਰੋਂਪਟਿੰਗ ਕਰੀ ਜਾਂਦੇ ਆ, ਠੀਕ ਹੈ ਜੀ। ਸੀਰੀਅਲ 'ਚ ਤਾਂ ਹੁਣ ਸਿੱਧਾ ਹੀ ਹੋ ਗਿਆ ਵੀ ਪਿੱਛੋਂ ਪ੍ਰੋਂਪਟਿੰਗ ਕਰੀ ਜਾਂਦੇ, ਅੱਗੇ ਅੱਗੇ ਤੁਸੀਂ ਬੋਲੀ ਜਾਓ ਰਾਮਲੀਲਾ ਵਾਂਗੂ, ਠੀਕ ਹੈ ਜੀ। ਉੱਥੇ ਤਾਂ ਕੋਈ ਟੈਨਸ਼ਨ ਹੀ ਨਹੀਂ, ਜੀ। ਪਰ ਆਨੰਦ ਕਾਹਦੇ 'ਚ ਹੈ? ਡਰ 'ਚ, ਡਰ 'ਚ। ਜਿੱਥੇ ਰੋਮਾਂਚ ਹੈ ਜੀ। ਵੀ ਮੈਂ ਡਾਇਲੌਗ ਨਾ ਭੁੱਲ ਜਾ, ਜੀ। ਮੇਰੇ ਤੋਂ ਕੋਈ ਗਲਤੀ ਨਾ ਹੋ ਜਾਏ, ਫੰਬਲ ਨਾ ਹੋ ਜਾਏ, ਇਹ ਨਾ ਹੋ ਜਾਏ, ਉਹ ਨਾ ਹੋ ਜਾਏ, ਹੈ ਨਾ ਜੀ। ਲੋਕ ਕੋਈ ਵਿੱਚੋਂ ਨਾ ਬੋਲ ਪਏ। ਜੀ। ਇਹ ਰੋਮਾਂਚ ਹੈ ਇੱਕ ਰੰਗਮੰਚ ਦਾ, ਇਹ ਸਿਰਫ ਰੰਗਮੰਚ 'ਚ ਹੀ ਮਿਲਦਾ। ਜੀ। ਇਸੇ ਕਰਕੇ ਰੰਗਮੰਚ ਪਾਵਰਫੁਲ ਹੈ। ਜਦੋਂ ਮੈਂ ਕਹਿ ਦਿੰਦਾ ਵੀ ਸਾਡੇ ਗੁਰਸ਼ਰਨ ਭਾਜੀ ਸੀਗੇ ਜੀ। ਰੰਗਮੰਚ ਦੇ, ਬਹੁਤ ਸਾਡੇ ਪੰਜਾਬ ਦੇ ਆਦਰਣੀय, ਜਿਨ੍ਹਾਂ ਨੇ ਵਿਲੇਜ ਟੂ ਵਿਲੇਜ ਜਾ ਕੇ ਥੀਏਟਰ ਕੀਤਾ। ਉਹ ਰੰਗਮੰਚ ਤੇ ਖੜ ਕੇ ਕਹਿ ਦਿੰਦੇ ਸੀ, ਮੰਨ ਲਓ ਇਹ ਦਰਵਾਜ਼ਾ ਹੈ, ਤਾਂ ਦੁਨੀਆ ਮੰਨਦੀ ਸੀ ਕਿ ਇਹ ਦਰਵਾਜ਼ਾ ਹੈ। ਬਿਲਕੁਲ। ਹਾਂਜੀ, ਫਿਲਮ 'ਚ ਨਹੀਂ ਮੰਨ ਸਕਦੀ ਨਹੀਂ। ਜੇ ਤੁਸੀਂ ਕਹਿ ਦਿਓ ਵੀ ਆਹ ਦਰਵਾਜ਼ਾ ਹੈ, ਹੈ ਨਾ ਜੀ। ਤਾਂ ਗੁਰਸ਼ਰਨ ਭਾਜੀ ਜਦੋਂ ਕਹਿ ਦਿੰਦੇ ਸੀ ਵੀ ਮੰਨ ਲਓ ਇਹ ਦਰਵਾਜ਼ਾ ਹੈ, ਜੀ। ਕਿਉਂਕਿ ਉਹ ਸੈੱਟ ਨਹੀਂ ਸੀ ਲਾਉਂਦੇ, ਜੀ। ਉਹ ਇਦਾਂ ਹੀ ਕਰ ਦਿੰਦੇ ਸੀ, ਮੰਨ ਲਓ ਇਹ ਦੀਵਾਰ ਹੈ। ਮੈਂ ਕਹਿੰਦਾ ਸਰ ਇੱਕ ਛੋਟਾ ਜਿਹਾ ਐਗਜ਼ਾਮਪਲ ਕਿਉਂ ਨਾ ਹੋ ਜਾਏ ਸਾਡੇ ਦਰਸ਼ਕਾਂ ਲਈ, ਔਰ ਮੈਨੂੰ ਬਹੁਤ ਅਰਸਾ ਹੋ ਗਿਆ ਤੁਹਾਨੂੰ ਐਕਟ ਕਰਦੇ ਵੀ ਦੇਖ ਕੇ, ਔਰ ਇਹ ਜਿਹੜਾ ਡਿਫਰੈਂਸ ਹੈ ਸਰ ਨੇ ਜਿਹੜੀ ਦੱਸਿਆ ਕਿ ਪਰਦੇ ਦੇ ਉੱਪਰ ਸੌਫਟਨੈਸ ਹੈ ਔਰ ਥੀਏਟਰ ਦੇ ਵਿੱਚ ਹਾਰਡਨੈਸ ਹੈ, ਉਹ ਕਿਉਂ ਹੈ? ਥੀਏਟਰ ਪਾਵਰਫੁਲ ਕਿਉਂ ਹੈ? ਐਕਟਿੰਗ ਦੇ ਵਿੱਚ ਕਿਉਂ ਹੈ? ਕਿਉਂਕਿ ਉੱਥੇ ਡਰ ਹੁੰਦਾ ਹੈ, ਚੀਜ਼ਾਂ ਨੂੰ ਯਾਦ ਕਰਨਾ ਪੈਂਦਾ ਹੈ, ਔਰ ਆਪਣੇ ਆਪ ਦੇ ਵਿੱਚ ਕ੍ਰੀਏਟੀਵਿਟੀ ਬੰਦੇ ਦੀ ਬਣ ਜਾਂਦੀ ਹੈ, ਬੰਦਾ ਕ੍ਰੀਏਟਿਵ ਹੋ ਜਾਂਦਾ ਹੈ, ਹੋਰ ਚੀਜ਼ਾਂ ਸਿੱਖਦਾ ਹੈ, ਗਲਤੀਆਂ ਸਿੱਖਦਾ ਹੈ। ਪਰ ਜਿੱਥੇ ਪ੍ਰੋਮੋਟਿੰਗ ਦੀ ਗੱਲ ਕਰੀਏ, ਪਿੱਛੇ ਪ੍ਰਮੋਟ ਹੋ ਰਿਹਾ, ਸੋ ਉੱਥੇ ਉਹ ਚੀਜ਼ਾਂ ਤੁਸੀਂ ਨਹੀਂ ਸਿੱਖ ਸਕਦੇ। ਸੋ ਤਾਂ ਕਰਕੇ ਜਿਹੜਾ ਰੰਗਮੰਚ ਹੈ ਇਹ ਪਾਵਰਫੁਲ ਹੈ। ਔਰ ਸਰ ਹੁਣ ਇੱਕ ਛੋਟਾ ਜਿਹਾ ਐਕਟ ਇਹਨਾਂ ਨੂੰ ਡਾਇਲੋਗ ਦਾ, ਇੱਕ ਕੋਈ ਵੀ ਡਾਇਲੋਗ ਸਰ
ਹਾਂ ਬਿਲਕੁਲ ਕਿ ਇੱਕ ਸੌਫਟਨੈਸ ਦੇ ਵਿੱਚ ਔਰ ਇੱਕ ਪਾਵਰਫੁਲ ਆਵਾਜ਼ ਦੇ ਵਿੱਚ। ਜੇ ਮੈਂ ਗੱਲ ਕਰਾਂ ਕਿ ਤੁਸੀਂ ਸਾਊਂਡ ਘਰ ਦੇ ਵਿੱਚ ਟੀਵੀ ਨਾਲ ਆਵਾਜ਼ ਉੱਚੀ ਕਰ ਸਕਦੇ ਹੋ, ਪਰ ਥੀਏਟਰ ਦੇ ਵਿੱਚ ਕੀ ਆ, ਇੱਕ ਆਰਟਿਸਟ ਦੀ ਹੀ ਰਿਸਪੌਂਸਿਬਿਲਟੀ ਹੁੰਦੀ ਹੈ। ਉਹ 4 ਸਟੈਪ ਦੂਰ, 10 ਸਟੈਪ ਦੂਰ, ਆਪਣਾ 100 ਸਟੈਪ ਦੂਰ ਤੱਕ ਆਪਣੀ ਆਵਾਜ਼ ਜਿਹੜੇ ਦਰਸ਼ਕ ਬੈਠੇ ਦੇਖਣ ਵਾਲੇ ਉਹਨਾਂ ਦੇ ਕੰਨਾਂ ਤੱਕ ਪਹੁੰਚਾ ਸਕਦਾ ਹੈ। ਸੋ ਇੱਕ ਇਹ ਵੀ ਡਿਫਰੈਂਸ ਹੈ। ਸੋ ਆਓ ਆਪਾਂ ਸਰ ਦੀ ਇੱਕ ਲਾਈਵ ਐਗਜ਼ਾਮਪਲ ਦੇਖਦੇ ਹਾਂ। ਸਰ ਤੁਹਾਨੂੰ ਡਾਇਲੋਗ ਦੇ ਨਾਲ ਇਹ ਦੱਸਣਗੇ ਡਿਫਰੈਂਸ ਕੀ ਹੈ ਰੰਗਮੰਚ ਦਾ ਔਰ ਪਰਦੇ ਦਾ। ਜੀ ਸਰ। ਜੇ ਮੈਂ ਖੜਾ ਹੋ ਕੇ ਬੋਲਦਾ, ਬਿਲकुल सर। असल बात इतनी ही कि महेंद्र की जगह कोई भी आदमी होता तुम्हारी जिंदगी में तो तुम यही सब सोचती, यही सब महसूस करती, क्योंकि तुम्हारे लिए जीने का मतलब रहा है कितना कुछ एक साथ होकर, कितना कुछ एक साथ पाकर और कितना कुछ एक साथ ओढ़कर जीना, कि वो इतना कुछ कभी तुम्हें किसी एक जगह ना मिल पाता। इसलिए जिस किसी के साथ भी जिंदगी शुरू करती तुम इतनी ही खाली, इतनी ही बेचैन बनी रहती। वो आदमी भी तुम्हें अपने आसपास इसी तरह सर पटकता, कपड़े फाड़ता नजर आता, और तुम हंस रही हो। ਤੇ ਇਹ ਸੁਣਿਆ ਤੁਸੀਂ ਥੀਏਟਰ ਸਟਾਈਲ, ਤੇ ਜੇ ਇਸੇ ਡਾਇਲੌਗ ਨੂੰ ਹੁਣ ਫਿਲਮੀ ਸਟਾਈਲ 'ਚ ਬੋਲਣਾ ਹੋਵੇ ਤਾਂ ਮਤਲਬ ਉਹ ਬੜਾ ਸੌਫਟ ਆ ਜਾਊਗਾ, ਤੇ ਉਹ 'ਚ ਐਕਸਪ੍ਰੈਸ਼ਨ ਦੀ ਬਹੁਤਾਤ ਹੋਏਗੀ। जिस तरह के असल बात इतनी ही कि महेंद्र की जगह कोई भी आदमी होता तुम्हारी जिंदगी में तो तुम यही सब सोचती, यही सब महसूस करती, क्योंकि तुम्हारे लिए जीने का मतलब रहा है कितना कुछ एक साथ होकर, कितना कुछ एक साथ पाकर और कितना कुछ एक साथ ओढ़कर जीना, कि वो इतना कुछ कभी तुम्हें किसी एक जगह ना मिल पाता। इसलिए जिस किसी आदमी के साथ भी तुम जिंदगी शुरू करती इतनी ही खाली, इतनी ही बेचैन बनी रहती। वाह सर वाह, वाह कमाल, क्या बात है। नवाजी के लिए शुक्रिया, ਬਹੁਤ ਬਹੁਤ ਸ਼ੁਕਰੀਆ ਸਰ, ਤੁਹਾਡਾ ਸ਼ੁਕਰੀਆ ਸਰ। ਕਿ ਇੱਕ ਜਿਹੜਾ ਭਗਤ ਹੁੰਦਾ ਜਦੋਂ ਉਹ ਮੰਦਿਰ ਤੱਕ ਕਿਤੇ ਪਹੁੰਚਦਾ ਆ ਤਾਂ ਉਹਦੀ ਯਾਤਰਾ ਉਦੋਂ ਸੰਪੂਰਨ ਹੁੰਦੀ ਆ, ਪਰ ਅੱਜ ਇੱਕ ਭਗਤ ਦੀ ਯਾਤਰਾ ਸੰਪੂਰਨ ਉਦੋਂ ਹੋ ਗਈ ਜਦੋਂ ਉਹਦਾ ਗੁਰੂ ਉਹਦੇ ਤੱਕ ਪਹੁੰਚਿਆ। ਔਰ ਅੱਜ ਜਿਹੜਾ ਇਹ ਸੁਭਾਗਿਆ ਦਿੱਤਾ ਨਾ ਸਰ, ਤੁਸੀਂ ਮੌਕਾ ਦਿੱਤਾ ਇਹ ਚੀਜ਼ਾਂ ਦੁਬਾਰਾ ਜੀਣ ਦਾ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਸਰ। ਪਲੀਜ਼ ਸਰ ਵਿਰਾਜਮਾਨ, ਪਲੀਜ਼ ਸਰ, ਹੈਵ ਅ ਸੀਟ ਸਰ। ਸੋ ਹੁਣ ਤੁਸੀਂ ਵੀ ਕਲੀਅਰ ਹੋ ਚੁੱਕੇ ਹੋਵੋਗੇ ਕਿ ਪਰਦੇ ਔਰ ਰੰਗਮੰਚ ਦੇ ਵਿੱਚ ਡਿਫਰੈਂਸ ਕੀ ਹੁੰਦਾ ਹੈ ਅਦਾਕਾਰੀ ਦੇ ਵਿੱਚ, ਜਿਹੜਾ ਸਰ ਨੇ ਤੁਹਾਨੂੰ ਦੱਸਿਆ ਡਾਇਲੋਗ ਬੋਲ ਕੇ, ਵੇਰੀਏਸ਼ਨ ਕਰਕੇ ਅਲੱਗ-ਅਲੱਗ ਟੋਨਸ ਦੇ ਵਿੱਚ। ਸੋ ਇਹ ਚੀਜ਼ਾਂ ਤੁਸੀਂ ਸਿੱਖ ਰਹੇ ਹੋ। ਜੋ ਸਰ ਸਟਾਰਟਿੰਗ 'ਚ ਗੱਲ ਹੋਈ ਸੀ ਕਿ ਜਦੋਂ ਦੌਰ ਸੀਗਾ ਉਹ ਵਾਲਾ, ਜਦੋਂ ਇੰਪੋਰਟੈਂਸ ਨਹੀਂ ਮਿਲਦੀ ਸੀ, ਕਿੱਤਾ ਨਹੀਂ ਲੋਕ ਇਹਨੂੰ ਬਣਾਉਂਦੇ ਸੀ, ਸਿਰਫ ਇੱਕ ਸ਼ੌਂਕੀਆ ਤੌਰ ਤੇ। ਔਰ ਤੁਸੀਂ ਦੱਸਿਆ ਸਰ ਜਦੋਂ ਮੈਰਿਜ ਦਾ ਟਾਈਮ ਆਇਆ, ਅੱਜ ਕੱਲ੍ਹ ਤਾਂ ਵੈਸੇ ਹਰ ਕੋਈ ਮਾਂ ਪਿਓ ਕਹਿੰਦਾ ਕਿ ਯਾਰ ਮੁੰਡਾ ਕਰਦਾ ਕੀ ਹੈ, ਅੱਛਾ ਥੀਏਟਰ ਕਰਦਾ ਹੈ, ਕਮਾਉਂਦਾ ਕੀ ਹੈ, ਕੁਛ ਨਹੀਂ ਕਮਾਉਂਦਾ, ਵੀ ਕੁੜੀ ਦਾ ਵਿਆਹ ਕਿੱਦਾਂ। ਸਰ ਪਹਿਲਾਂ ਇਹ ਦੱਸੋ ਕਿ ਲਵ ਮੈਰਿਜ ਹੈ ਕਿ ਅਰੇਂਜ ਮੈਰਿਜ ਹੈ? ਅਰੇਂਜ। ਕੀ ਬਾਤ ਹੈ। ਔਰ ਇਹ ਸਭ ਤੋਂ ਵੱਡਾ ਹੋਰ ਟਾਸਕ ਹੋਣਾ ਕਿ ਅਰੇਂਜ ਮੈਰਿਜ। ਸਰ ਉਸ ਟਾਈਮ ਦੇ ਵਿੱਚ ਵੀ ਅਰੇਂਜ ਮੈਰਿਜ ਪੋਸੀਬਲ ਸੀ? ਤੁਸੀਂ ਦੱਸਿਆ ਕਿ ਮੈਂ ਥੀਏਟਰ ਨਾਲ ਟੋਟਲੀ ਜੁੜ ਚੁੱਕਾ ਸੀ। ਹਾਂ ਦੇਖੋ, ਮਤਲਬ ਉਹ ਭਲੇ ਵੇਲੇ ਸੀਗੇ ਜੀ। ਹੁਣ ਤਾਂ ਮਤਲਬ ਇਹ ਬਹੁਤ ਔਖਾ ਹੋ ਜਾਂਦਾ ਕਿ ਮੁੰਡਾ ਕੁਛ ਨਾ ਕਰਦਾ ਹੋਵੇ, ਜੀ ਠੀਕ ਹੈ ਜੀ, ਥੀਏਟਰ ਕਰਦਾ ਹੋਵੇ। ਇਹ ਸਮਝਾਉਣਾ ਹੀ ਔਖਾ ਹੋ ਜਾਂਦਾ, ਥੀਏਟਰ ਕਰਦਾ ਕੀ ਕਰਦਾ, ਥੀਏਟਰ ਕਰਦਾ, ਕੰਮ ਕੀ ਕਰਦਾ ਹੈ ਨਾ ਜੀ। ਇਹ ਅਕਸਰ ਪੁੱਛਿਆ ਜਾਂਦਾ ਵੀ ਕੰਮ ਕੀ ਕਰਦਾ, ਚਲੋ ਥੀਏਟਰ ਦਾ ਹੋਇਆ। ਹੁਣ ਦੇ ਯੁੱਗ 'ਚ ਸਮਝਾਉਣੀ ਇਹ ਗੱਲ ਔਖੀ ਹੋ ਜਾਂਦੀ ਹੈ। ਇੱਕ ਵਰਡ ਯੂਜ਼ ਕੀਤਾ ਜਾਂਦਾ ਸੀ ਸਰ ਉਸ ਟਾਈਮ ਕਿ ਡਰਾਮੇ ਕਰਦਾ, ਜਿਹੜਾ ਅੱਜ ਵੀ ਕਿਤੇ ਨਾ ਕਿਤੇ ਯੂਜ਼ ਹੁੰਦਾ। ਸੋ ਇਹ ਡਰਾਮਾ ਵਰਡ ਸਾਡੇ ਥੀਏਟਰ ਦੇ ਵਿੱਚ ਯੂਜ਼ ਕੀਤਾ ਜਾਂਦਾ। ਜੀ ਸਰ। ਹਾਂ, ਮੇਰੇ ਮਤਲਬ ਜਿਹੜੇ ਇਨ-ਲॉज ਸੀਗੇ ਤੇ ਉਹਨਾਂ ਨੂੰ ਇੰਨਾ ਪਤਾ ਨਹੀਂ ਸੀ ਵੀ ਕੀ ਆ। ਉਹ ਕਹਿੰਦੇ ਵੀ ਠੀਕ ਆ ਵੀ ਕੰਮ ਕਰਦਾ ਕੋਈ, ਠੀਕ ਹੈ ਜੀ। ਤੇ ਉਹ ਮੇਰੀ ਵਾਈਫ ਉਦੋਂ ਕਾਲਜ 'ਚ ਪੜ੍ਹਦੀ ਸੀ ਤੇ ਉਹ ਬਲਕਿ ਉਹ ਸਹੇਲੀਆਂ ਪੁੱਛਦੀਆਂ ਸੀ ਵੀ ਉਹ ਕੀ ਕਰਦਾ ਮੁੰਡਾ, ਤਾਂ ਉਹ ਕਹਿੰਦੀ ਵੀ ਡਰਾਮੇ ਕਰਦਾ। ਅੱਛਾ ਆ ਗਈ ਨਾ ਸਰ ਉਹ ਹਾਸੇ 'ਚ ਗੱਲ ਮਤਲਬ ਨਿਕਲ ਜਾਂਦੀ ਸੀ ਵੀ ਡਰਾਮੇ ਕਰਦਾ। ਹਾਂਜੀ, ਸੋ ਉਹ ਭਲੇ ਵੇਲੇ ਸੀਗੇ ਸਮਝ ਲਓ। ਕਿਆ ਬਾਤ ਹੈ। ਮਤਲਬ ਕਿ ਚਲੋ ਕੋਈ ਜ਼ਿਆਦਾ ਦਿੱਕਤ ਪਰੇਸ਼ਾਨੀ ਨਹੀਂ ਹੋਈ। ਔਰ ਮੈਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸਦਾ ਕਿ ਸਰ ਦੇ ਜਿਹੜੇ ਅਰਦਾਂਗਨੀ ਸਰ ਦੇ ਜਿਹੜੇ ਵਾਈਫ ਕਵਿਤਾ ਮੈਮ, ਉਹ ਵੀ ਸਰ ਦੇ ਨਾਲ ਮੋਢਾ ਜੋੜ ਕੇ ਹੁਣ ਤੱਕ ਸਰ ਦੇ ਨਾਲ ਖੜੇ ਨੇ ਔਰ ਸਾਥ ਨਿਭਾ ਰਹੇ ਨੇ। ਔਰ ਬਹੁਤ ਸਾਰੇ ਟੀਵੀ ਸੀਰੀਅਲਸ, ਮੂਵੀ ਦੇ ਵਿੱਚ ਤੁਸੀਂ ਮੈਮ ਨੂੰ ਵੀ ਜ਼ਰੂਰ ਦੇਖਿਆ ਹੈ। ਔਰ
ਇੱਕ ਚੀਜ਼ ਹੋਰ ਦੱਸਾਂ, ਜਿਸ ਚੀਜ਼ ਕਰਕੇ ਮੇਰਾ ਦਿਲ ਕਰਦਾ ਸਰ ਨੂੰ ਸਲੂਟ ਕਰਨ ਦਾ, ਔਰ ਤੁਸੀਂ ਵੀ ਕਰੋਗੇ। ਸੋ ਜਿੱਥੇ ਤੁਸੀਂ ਸਿੱਖਣਾ ਚਾਹੁੰਦੇ ਹੋ ਨਾ ਚੀਜ਼ਾਂ ਕਿ ਐਕਟਿੰਗ ਕਿਵੇਂ ਸਿੱਖੀ ਜਾਂਦੀ ਆ, ਜਿਹੜੇ ਅਫੋਰਡ ਨਹੀਂ ਕਰ ਪਾਉਂਦੇ ਬੱਚੇ, ਜਿਹੜੇ ਫੀਸਾਂ ਨਹੀਂ ਭਰ ਪਾਉਂਦੇ, ਜਾਂ ਅਕੈਡਮੀਜ਼ ਖੁੱਲੀਆਂ ਨੇ, ਬਹੁਤ ਸਾਰੀ ਅਕੈਡਮੀਜ਼ 'ਚ ਜਾਣਾ ਚਾਹੁੰਦੇ ਨੇ, ਸਿੱਖਣਾ ਚਾਹੁੰਦੇ ਨੇ, ਸੋ ਮੈਂ ਦੱਸਦਾ ਕਿ ਪਟਿਆਲਾ ਨਾਟਕ ਵਾਲਾ ਰੰਗਮੰਚ ਤੁਸੀਂ ਆ ਕੇ ਸਿੱਖ ਸਕਦੇ ਹੋ। ਸਰ ਹੁਣ ਤੱਕ ਜਿੰਨੀਆਂ ਵੀ ਵਰਕਸ਼ਾਪ ਲਗਾਉਂਦੇ ਆ ਬਿਲਕੁਲ ਫ੍ਰੀ ਆਫ ਕੋਸਟ ਉਹਦੀ ਟ੍ਰੇਨਿੰਗ ਦਿੰਦੇ ਆ ਸਰ ਆਪਦੀ ਵਰਕਸ਼ਾਪ ਦੇ ਵਿੱਚ, ਔਰ ਇਹ ਸਰ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਬਸ ਸਰ ਦੇ ਸਿਖਾਏ ਹੋਏ ਬੱਚੇ, ਮੈਂ ਦੱਸਦਾ ਤੁਸੀਂ ਇਸ ਟਾਈਮ ਬਾਲੀਵੁੱਡ ਤੱਕ ਉਹਨਾਂ ਨੂੰ ਦੇਖ ਰਹੇ ਹੋ। ਬਾਲੀਵੁੱਡ ਦੇ ਵਿੱਚ ਬਹੁਤ ਸਾਰੀਆਂ ਮੂਵੀਜ਼ ਆ, ਮੇਰੇ ਬਹੁਤ ਸਾਰੇ ਫਰੈਂਡਸ ਨੇ ਜਿਹੜੇ ਮੇਰੇ ਬੈਚ ਦੇ ਵਿੱਚ ਸੀਗੇ, ਜਿਹੜੇ ਅਸੀਂ ਸਰ ਕੋਲੋਂ ਤਾਲੀਮ ਲੈਂਦੇ ਸੀ ਉਸ ਟਾਈਮ। ਬਹੁਤ ਸਾਰੀਆਂ ਮੂਵੀਜ਼, ਜੇ ਮੈਂ ਗੱਲ ਕਰਾਂ ਕੇਸਰੀ ਦੀ ਗੱਲ ਕਰਾਂ, ਬਹੁਤ ਸਾਰੇ ਟੀਵੀ ਸੀਰੀਅਲਸ ਨੇ ਬਾਲੀਵੁੱਡ ਦੇ, ਉਹਨਾਂ ਦੇ ਵਿੱਚ ਬਹੁਤ ਸਾਰੇ CID ਦੀ ਗੱਲ ਕਰਾਂ, ਜਾਂ ਮੂਵੀ ਆਈ ਸੀ ਆਮਿਰ ਖਾਨ ਜੀ ਦੀ ਆਪਣਾ ਦੰਗਲ, ਉਹਦੇ ਵਿੱਚ ਵੀ ਸਰ ਦੇ ਸਿਖਾਏ ਹੋਏ ਸਰ ਦੇ ਸਟੂਡੈਂਟ ਜਿਹੜੇ ਤੁਸੀਂ ਦੇਖੇ ਆ, ਔਰ ਬਹੁਤ ਹੀ ਮੰਝੇ ਹੋਏ ਆਰਟਿਸਟ ਨੇ। ਸਰ ਨੇ ਸਾਰੀ ਜ਼ਿੰਦਗੀ ਆਪਣੀ ਇਸ ਟਾਈਮ ਕੱਢ ਦਿੱਤੀ ਹੈ, ਔਰ ਹੁਣ ਤੱਕ ਇਹ ਸੇਵਾ ਨਿਭਾ ਰਹੇ ਨੇ, ਔਰ ਸਰ ਲਈ ਕਲੈਪਿੰਗ ਹੈ। ਔਰ ਜੇ ਤੁਸੀਂ ਵੀ ਸਿੱਖਣਾ ਚਾਹੁੰਦੇ ਹੋ ਸਰ ਕੋਲ ਪਟਿਆਲੇ ਆ ਕੇ ਨਾਟਕ ਵਾਲਾ ਰੰਗਮੰਚ ਦੇ ਉੱਪਰ ਜਾ ਕੇ ਤੁਸੀਂ ਸਰ ਕੋਲ ਤਾਲੀਮ ਲੈ ਸਕਦੇ ਹੋ। ਸਰ ਵਰਕਸ਼ਾਪਸ ਲਗਾਉਂਦੇ ਨੇ। ਸੋ ਸਰ ਆ ਦੇਖੋ, ਉਹਦੇ ਲਈ ਸੱਚੇ ਦਿਲੋਂ ਸਲੂਟ ਹੈ ਸਰ ਤੁਹਾਨੂੰ, ਐਂਡ ਥੈਂਕ ਯੂ ਸੋ ਮਚ ਸਰ ਕਿ ਮੈਂ ਵੀ ਉਹਨਾਂ ਚੋਂ ਹੀ ਇੱਕ ਹਾਂ ਜਿਹਦੀ ਬਦੌਲਤ ਅੱਜ ਇਹ ਮੌਕਾ ਮਿਲਿਆ, ਸੁਭਾਗਿਆ ਮੇਰਾ ਕਿ ਮੈਂ ਇੱਥੇ ਬੈਠਾ ਤੁਹਾਡੀ ਇੰਟਰਵਿਊ ਕਰ ਰਿਹਾ। ਮੈਂ ਇਹ ਸਨਮਾਨ ਦੇਣ ਲਈ ਤੁਹਾਡਾ ਬਹੁਤ ਸ਼ੁਕਰੀਆ ਕਰਦਾ, ਤੇ ਸ਼ੁਕਰੀਆ ਕਰਦਾ ਤੁਹਾਡੇ ਪ੍ਰੋਗਰਾਮ ਜੀ ਆਇਆਂ ਨੂੰ ਦਾ। ਦਿਲ ਦੀਆਂ ਭਾਵਨਾਵਾਂ ਨੇ ਜੀ ਜਿਹੜੀਆਂ ਅੱਜ ਬਹੁਤ ਟਾਈਮ ਤੋਂ ਬਾਅਦ ਬਾਹਰ ਆ ਰਹੀਆਂ ਨੇ। ਸੋ ਮੈਂ ਵਰਡਸ ਦੇ ਵਿੱਚ ਬਿਲਕੁਲ ਨਹੀਂ ਬਿਆਨ ਕਰ ਸਕਦਾ ਕਿ ਕਿੰਨੀ ਖੁਸ਼ੀ ਮਿਲੀ ਹੈ ਅੱਜ। ਸੋ ਥੀਏਟਰ ਨੂੰ ਥੀਏਟਰ ਕਿਉਂ ਕਹਿੰਦੇ ਆ, ਇਹ ਵੀ ਆਪਾਂ ਸਰ ਤੋਂ ਪੁੱਛਣਾ ਹੈ, ਪਰ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ। ਵੇਲਾ ਛੋਟੀ ਜੀ ਬ੍ਰੇਕ ਦਾ, ਰਿਮੋਟ ਸਾਈਡ ਤੇ ਮਿਲਦੇ ਆ ਬ੍ਰੇਕ ਤੋਂ ਬਾਅਦ। ਹਰੇਕ ਇਨਸਾਨ ਦੇ ਅੰਦਰ ਕੋਈ ਨਾ ਕੋਈ ਕਲਾਕਾਰ ਲੁਕਿਆ ਬੈਠਾ ਹੈ। ਸਤਿ ਸ਼੍ਰੀ ਅਕਾਲ, ਮੈਂ ਹਾਂ ਫਿਲਮ ਨਿਰਦੇਸ਼ਕ ਜਤਿੰਦਰ ਸਿੰਘ ਜੀਤੂ। ਲੈ ਕੇ ਆ ਰਹੇ ਹਾਂ ਤੁਹਾਡੇ ਲਈ ਇੱਕ ਨਵੇਕਲਾ ਪ੍ਰੋਗਰਾਮ ਜਿਸ ਦਾ ਨਾਮ ਹੈ ਲਾਈਟ ਕੈਮਰਾ ਐਂਡ ਚੱਕ ਦਿਓ ਫੱਟੇ। लाइट कैमरा चक दियो बट्टे, लाइट कैमरा चक दियो बट्टे, लाइट कैमरा चक दियो फट्टे। जी आया ਵੈਲਕਮ ਬੈਕ ਹੈ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਾਡੇ ਪ੍ਰੋਗਰਾਮ ਜੀ ਆਇਆਂ ਨੂੰ ਦੇ ਵਿੱਚ। ਸੋ ਗੱਲਾਂ ਬਾਤਾਂ ਚੱਲ ਰਹੀਆਂ ਨੇ ਜੀ ਰਾਜੇਸ਼ ਸ਼ਰਮਾ ਜੀ ਦੇ ਨਾਲ, ਪੰਜਾਬੀ ਇੰਡਸਟਰੀ ਰੰਗਮੰਚ ਦੇ ਜਿਹੜੇ ਬਹੁਤ ਹੀ ਮੰਝੇ ਹੋਏ ਆਰਟਿਸਟ, ਡਾਇਰੈਕਟਰ, ਕਲਾਕਾਰ। ਸੋ ਆਓ, ਇੱਕ ਸਵਾਲ ਸੀਗਾ ਬ੍ਰੇਕ ਤੇ ਜਾਣ ਤੋਂ ਪਹਿਲਾਂ ਕਿ ਥੀਏਟਰ ਨੂੰ ਥੀਏਟਰ ਕਿਉਂ ਕਿਹਾ ਜਾਂਦਾ ਹੈ। ਸੋ ਆਓ ਸਰ ਕੋਲ ਚੱਲਦੇ ਹਾਂ। ਜੀ ਸਰ, ਥੀਏਟਰ ਵਰਡ ਸਰ ਮਤਲਬ ਜਿਹੜੀ ਇਹਦੀ ਉਤਪਤੀ ਆ ਥੀਏਟਰ, ਇਹ ਥੀਏਟਰ ਕਿਉਂ ਕਿਹਾ ਜਾਂਦਾ? ਹੋਰ ਬਹੁਤ ਜਗ੍ਹਾ ਤੇ ਵੀ ਇਹ ਵਰਡ ਯੂਜ਼ ਹੁੰਦਾ ਹੈ। ਥੀਏਟਰ ਦੇਖੋ, ਥੀਏਟਰ ਬਹੁਤ ਪੁਰਾਣਾ ਸ਼ਬਦ ਹੈ ਜੀ। ਇਹ ਗ੍ਰੀਕ ਤੋਂ ਸ਼ੁਰੂ ਹੋਇਆ ਜੀ ਸਰ। ਠੀਕ ਹੈ ਜੀ। ਸੋ ਥੀਏਟਰ ਇੱਕ ਐਸੀ ਕੰਸਨਟ੍ਰੇਟਿਵ ਤੇ ਇੰਟਰਸਟਿੰਗ ਚੀਜ਼ ਹੈ ਨਾ ਜੀ। ਠੀਕ ਹੈ ਜੀ। ਇਹ 'ਚ ਫੁੱਲੀ ਕੰਸਨਟ੍ਰੇਸ਼ਨ ਚਾਹੀਦੀ ਹੈ ਜੀ। ਇੱਕ ਲੈਬ ਕਹਿ ਲਓ, ਜਿਸ ਤਰ੍ਹਾਂ ਲੈਬ ਵਰਕ ਹੁੰਦਾ ਨਾ, ਇਸੇ ਕਰਕੇ ਜਿਹੜਾ ਬਾਅਦ 'ਚ ਆਪਰੇਸ਼ਨ ਥੀਏਟਰ, ਜਿੱਥੇ ਆਪਰੇਸ਼ਨ ਹੁੰਦਾ, ਉਹਦਾ ਨਾਮ ਵੀ ਥੀਏਟਰ ਰੱਖਿਆ ਉਹਨਾਂ ਨੇ ਜੀ। ਕਿਉਂਕਿ ਥੀਏਟਰ ਇੱਕ ਐਸੀ ਚੀਜ਼ ਹੈ ਜਿੱਥੇ ਇੱਕ ਦੂਜੇ ਤੋਂ ਚੀਜ਼ਾਂ ਸੰਪ੍ਰੇਸ਼ਿਤ ਹੁੰਦੀਆਂ ਜੀ। ਅਸੀਂ ਇੱਕ ਦੂਜੇ ਦੇ ਅੰਦਰ ਕੁਝ ਮਤਲਬ ਬਦਲਾ ਲਿਆਉਂਦੇ ਹਾਂ ਥੀਏਟਰ ਦੇ ਥਰੂ। ਕਿ ਫੁੱਲੀ ਕਨਸੈਂਟਰੇਸ਼ਨ ਦੇ ਨਾਲ ਜਿਹੜਾ ਬਦਲਾਵ ਲਿਆਂਦਾ ਜਾਂਦਾ ਸਿਰਫ ਉਸ ਚੀਜ਼ ਨੂੰ ਕੇਂਦਰਿਤ ਕਰਕੇ ਕਿ ਇਹਦੇ 'ਚ ਬਦਲਾਵ ਲਿਆਉਣਾ ਹੈ, ਤਾਂ ਕਰਕੇ। ਸੋ ਦਰਸ਼ਕੋ, ਮੇਰਾ ਖਿਆਲ ਹੈ ਕਿ ਹੁਣ ਤੁਹਾਨੂੰ ਕਲੀਅਰ ਹੋ ਗਿਆ ਹੋਣਾ ਕਿ ਥੀਏਟਰ ਵਰਡ ਕਿੱਥੋਂ ਆਇਆ। ਸੋ ਕੇਂਦਰਿਤ ਕਰਨ ਲਈ ਕਿਸੇ ਚੀਜ਼ ਦੇ ਉੱਪਰ ਕਨਸੈਂਟਰੇਸ਼ਨ ਲਈ ਬਹੁਤ ਜ਼ਰੂਰੀ ਹੈ। ਲਾਈਫ ਦੇ ਵਿੱਚ ਵੀ ਕਨਸੈਂਟਰੇਸ਼ਨ ਬਹੁਤ ਜ਼ਰੂਰੀ ਹੈ। ਸੋ ਤਾਂ ਕਰਕੇ ਰੰਗਮੰਚ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਬਹੁਤ ਜ਼ਰੂਰੀ ਹੈ। ਸੋ ਗੱਲਾਂ ਬਾਤਾਂ ਚੱਲ ਰਹੀਆਂ ਨੇ ਰਾਜੇਸ਼ ਸ਼ਰਮਾ ਜੀ ਦੇ ਨਾਲ, ਤੇ ਮੇਰਾ ਖਿਆਲ ਹੈ ਕਿ ਸਰ ਦਾ ਇੱਕ ਹੋਰ ਆਪਾਂ ਕੋਈ ਐਕਟ ਨਾ ਦੇਖੀਏ ਇਹ ਵੀ ਨਹੀਂ ਹੋ ਸਕਦਾ। ਸਰ ਮੇਰਾ ਜੀ ਨਹੀਂ ਭਰ ਰਿਹਾ ਅੱਜ ਕਿੰਨੇ ਦਿਨਾਂ ਬਾਅਦ, ਔਰ ਸਰ ਨੂੰ ਮੈਂ ਬਹੁਤ ਅਲੱਗ-ਅਲੱਗ ਕਰੈਕਟਰਸ ਦੇ ਵਿੱਚ ਦੇਖਿਆ। ਸਰ ਨੇ ਕਿੰਨੇ ਕਰੈਕਟਰ ਨਿਭਾਏ ਆ, ਚਾਹੇ ਉਹ ਕੋਈ ਰਾਜੇ ਮਹਾਰਾਜੇ ਦਾ ਹੋਏ, ਕੋਈ ਭਿਖਾਰੀ ਦਾ ਹੋਏ, ਕਿਸੇ ਵਕੀਲ ਡਾਕਟਰ ਦਾ ਹੋਏ, ਜਾਂ ਕਿਸੇ ਪੁਲਿਸ ਇੰਸਪੈਕਟਰ ਦਾ ਹੋਏ। ਸੋ ਇਦਾਂ ਦੇ ਕਰੈਕਟਰ ਮੈਂ ਸਰ ਨਾਲ ਦੇਖ ਚੁੱਕਾ। ਸੋ ਸਰ, ਮੇਰੇ ਖਿਆਲ ਇਹੀ ਰੀਜ਼ਨ ਤਾਂ ਨਹੀਂ ਸਰ ਕਿ ਤੁਸੀਂ ਵਕੀਲੀ ਨਹੀਂ ਕੀਤੀ, ਕਿ ਥੀਏਟਰ 'ਚ ਤਾਂ ਮੈਂ ਪਤਾ ਨਹੀਂ ਤਰ੍ਹਾਂ ਦੇ ਐਕਟ ਕਰ ਹੀ ਲੈਣੇ ਆ। ਜੀ ਸਰ, ਇੱਕ ਛੋਟਾ ਜਿਹਾ ਹੋਰ ਇੱਕ ਐਕਟ ਉਹਦੀ ਬੇਨਤੀ ਕਰਾਂਗਾ ਸਰ ਪਲੀਜ਼। ਹਾਂ, ਜਿਵੇਂ ਦੇਖੋ ਬ੍ਰੈਕਸਟ ਦਾ ਨਾਟਕ ਅਸੀਂ ਕੀਤਾ ਸੀ, ਮਿੱਟੀ ਨਾ ਹੋਏ ਮਤਰੇਈ, ਪੰਜਾਬੀ 'ਚ ਰੂਪਾਂਤਰ ਆ ਉਹਦਾ। ਜੀ ਸਰ। ਤੇ ਉਹ ਪਲੇ ਬੜਾ ਪਾਵਰਫੁਲ ਆ।
ਉਹ 'ਚ ਮੈਂ ਅਜ਼ਦਕ ਦਾ ਕਰੈਕਟਰ ਕੀਤਾ ਸੀ ਜੀ ਤੇ ਉਹ 'ਚ ਇੱਕ ਬੱਚੇ ਦਾ ਫੈਸਲਾ ਹੋਣਾ ਮਤਲਬ, ਤੇ ਮੈਂ ਜੱਜ ਸੀਗਾ ਉਹ 'ਚ। ਹਾਂ, ਉਹ ਮੇਰੇ ਵਰਗੇ ਅਨਪੜ੍ਹ ਤੇ ਮੂਰਖ ਨੂੰ ਕਾਨੂੰਨ ਤੇ ਇਨਸਾਫ ਦਾ ਕੀ ਪਤਾ। ਕਾਨੂੰਨ ਦੀ ਤਾਲੀਮ ਤਾਂ ਮੈਂ ਤੇਰੇ ਪਾਸੋਂ ਹਾਸਲ ਕਰੂੰਗਾ। ਤੈਨੂੰ 10 ਬੋਰਾ ਹੋਰ ਜੁਰਮਾਨਾ, ਮੁਨਸਫ ਨੂੰ ਕਾਨੂੰਨ ਦੱਸਣ ਦੇ ਜੁਰਮ 'ਚ। ਤੂੰ ਮੂਰਖ ਹੈ, ਮੈਨੂੰ ਖਾਮ-ਖਾ ਆਪਣਾ ਦੁਸ਼ਮਣ ਬਣਾ ਰਹੀ ਹੈ। ਤੈਨੂੰ ਚਾਹੀਦਾ ਸੀ ਮੇਰਾ ਦਿਲ ਜਿੱਤਣ ਲਈ ਜ਼ਰਾ ਪਿਆਰ ਨਾਲ ਪੇਸ਼ ਆਵੇਂ, ਜ਼ਰਾ ਨਖਰੇ ਨਾਲ। ਕਿਆ ਇੱਜ਼ਤਦਾਰ ਸ਼ਰੀਫ ਜ਼ਾਦੀ ਬਣੀ ਫਿਰਦੀ ਹੈ। ਹਾਂਜੀ ਫਿਰ ਆ ਗਿਆ ਮਜ਼ਾ। ਸੋ ਇਹ ਚੀਜ਼ਾਂ ਨੇ ਇਹ ਡੂੰਘਾਈ ਆ ਜੀ ਥੀਏਟਰ ਦੀ, ਔਰ ਇਦਾਂ ਲੱਗ ਰਿਹਾ ਸੀ ਮੈਨੂੰ ਕਿ ਮੈਂ ਸੀਰੀਅਸਲੀ ਉਸ ਜਗ੍ਹਾ ਤੇ ਹੀ ਪਹੁੰਚ ਗਿਆ, ਔਰ ਮੈਂ ਸੁੰਨ ਹੋ ਗਿਆ ਸੀ। ਇਹ ਵੀ ਭੁੱਲ ਗਿਆ ਸੀ ਕਿ ਇੰਟਰਵਿਊ ਚੱਲ ਰਹੀ ਹੈ, ਔਰ ਯਾਦ ਹੈ ਕਿ ਨਹੀਂ ਰੰਗਮੰਚ ਤੇ ਨਹੀਂ ਆ, ਇਹ ਇੰਟਰਵਿਊ ਚੱਲ ਰਹੀ ਹੈ। ਸੋ ਸਰ ਬਹੁਤ ਮਜ਼ਾ ਆ ਰਿਹਾ, ਗੱਲਾਂ ਬਾਤਾਂ ਚੱਲ ਰਹੀਆਂ। ਔਰ ਸਰ ਟਾਈਮ ਇਜਾਜ਼ਤ ਨਹੀਂ ਦੇ ਰਿਹਾ, ਗੱਲਾਂ ਦਿਲ 'ਚ ਇੰਨੀਆਂ ਨੇ ਕਰਨ ਵਾਲੀਆਂ ਤੁਹਾਡੇ ਨਾਲ, ਔਰ ਇਹਨਾਂ ਦੇ ਦਿਲ 'ਚ ਵੀ ਬਹੁਤ ਹੋਣਗੀਆਂ। ਸਰ ਜਾਣ ਤੋਂ ਪਹਿਲਾਂ ਜਿੰਨਾ ਵੀ ਯੂਥ ਇਹ ਪ੍ਰੋਗਰਾਮ ਦੇਖ ਰਿਹਾ, ਉਹਨਾਂ ਲਈ ਰੰਗਮੰਚ ਨੂੰ ਲੈ ਕੇ ਕੋਈ ਛੋਟਾ ਜਿਹਾ ਮੈਸੇਜ ਕੁਝ ਦੇਣਾ ਚਾਹੋ ਸਰ। ਮੈਸੇਜ ਬੜਾ ਸਧਾਰਨ ਹੈ ਕਿ ਰੰਗਮੰਚ ਨਾਲ ਜੁੜੋ, ਉਹਦੀ ਪ੍ਰਮੋਸ਼ਨ ਕਰੋ ਜਿੰਨਾ ਵੱਧ ਤੋਂ ਵੱਧ ਕਰ ਸਕਦੇ ਹੋ, ਕਿਉਂਕਿ ਇਹੀ ਇਸ ਸਮੇਂ ਇਹੀ ਬਚਾ ਸਕਦਾ। ਦੁਨੀਆ ਨੂੰ ਬਚਾਉਣਾ ਹੈ ਜੀ ਤਾਂ ਸਾਨੂੰ ਸੱਚਾਈ ਤੇ ਆਉਣਾ ਪਊਗਾ, ਕਿਉਂਕਿ ਸੱਚਾਈ ਥੀਏਟਰ 'ਚ ਹੈ। ਜੀ ਜੀ ਸੋ ਉਹਦੇ ਨਾਲ ਜੁੜਨਾ ਪਊਗਾ, ਲਾਈਵ ਮੀਡੀਆ ਨਾਲ ਜੁੜਨਾ ਪਊਗਾ। ਸੋ ਉਹਦੀ ਪ੍ਰਮੋਸ਼ਨ ਕਰਨੀ ਚਾਹੀਦੀ ਹੈ, ਲੋਕਾਂ ਨੂੰ ਦੇਖਣ ਆਉਣਾ ਚਾਹੀਦਾ, ਵੱਧ ਤੋਂ ਵੱਧ ਲੋਕਾਂ ਨੂੰ ਉਹਦੀ ਫਾਈਨੈਂਸ਼ੀਅਲੀ ਮਦਦ ਕਰਨੀ ਚਾਹੀਦੀ ਹੈ। ਜੀ ਇਹ ਸਭ ਤੋਂ ਵੱਡਾ ਮੇਨ ਪੁਆਇੰਟ ਹੈ। ਸੋ ਜ਼ਰੂਰ ਇਹ ਮੈਸੇਜ ਜਿਹੜੇ ਵੀ ਸੁਣ ਰਹੇ ਆ ਅੱਗੇ ਵੀ ਪਹੁੰਚਾਓ, ਔਰ ਜ਼ਰੂਰ ਰੰਗਮੰਚ ਦੇ ਨਾਲ ਵੀ ਜੁੜੋ। ਇੱਕ ਕਲਾਕਾਰ ਦਾ ਹੌਸਲਾ ਵੱਧਦਾ ਹੈ ਜਿੱਥੇ ਆਪਾਂ ਪਰਦੇ ਤੇ ਜਾ ਕੇ ਕਲਾਕਾਰ ਦਾ ਹੌਸਲਾ ਵਧਾਉਂਦੇ ਆ। ਸੋ ਇੱਕ ਰੰਗਮੰਚ ਦੇ ਕਲਾਕਾਰ ਦਾ ਹੌਸਲਾ, ਉਹਦੇ ਕਲਾਕਾਰੀ ਦਾ ਐਕਟ ਜਿਹੜੀ ਉਹ ਮਿਹਨਤ ਕਰਦਾ, ਉਹਨੂੰ ਦੇਖ ਕੇ ਆਪਾਂ ਉਸ ਕਲਾਕਾਰ ਦਾ ਹੌਸਲਾ ਵਧਾ ਸਕਦੇ ਹਾਂ। ਸੋ ਜ਼ਰੂਰ ਜੁੜੋ। ਥੈਂਕ ਯੂ ਸੋ ਮਚ ਸਰ, ਬਹੁਤ ਮਜ਼ਾ ਆਇਆ ਸਰ, ਔਰ ਜ਼ਿੰਦਗੀ ਦੇ ਤਜਰਬੇ ਜਿਹੜੇ ਤੁਸੀਂ ਸਾਡੇ ਨਾਲ ਸਾਂਝੇ ਕੀਤੇ ਆ, ਆਈ ਥਿੰਕ ਕਿ ਇਹਨਾਂ ਦੇ ਵੀ ਅੱਗੇ ਲਾਈਫ ਦੇ ਵਿੱਚ ਜ਼ਰੂਰ ਕੰਮ ਆਉਣਗੇ, ਜਿਹੜੇ ਕਿ ਮੇਰੇ ਅੱਜ ਤੱਕ ਆ ਰਹੇ ਨੇ। ਸੋ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਪ੍ਰੋਗਰਾਮ ਚ ਆਉਣ ਲਈ। ਥੈਂਕ ਯੂ ਸੋ ਮਚ ਰਾਹੁਲ, ਗੁੱਡ ਲੱਕ। ਥੈਂਕ ਯੂ ਸੋ ਮਚ ਸਰ, ਥੈਂਕ ਯੂ ਸੋ ਮਚ। ਮੈਂ ਚਰਨ ਸਪਰਸ਼ ਕਰਨਾ ਚਾਹੁੰਦਾ ਸਰ ਦੇ। ਥੈਂਕ ਯੂ ਸੋ ਮਚ ਸਰ। ਸੋ ਪਿਆਰੇ ਦਰਸ਼ਕੋ, ਹੁਣ ਵੇਲਾ ਇਜਾਜ਼ਤ ਦਾ, ਪਰ ਕੋਈ ਗੱਲ ਨਹੀਂ, ਅਗਲੇ ਹਫਤੇ ਹੋਰ ਆਰਟਿਸਟ ਦੇ ਨਾਲ ਰੂਬਰੂ ਹੋਵਾਂਗੇ ਤੁਹਾਡੇ ਅੱਗੇ, ਉਹਨਾਂ ਦੇ ਜ਼ਿੰਦਗੀ ਦੇ ਸਫ਼ਰ ਦੀਆਂ ਗੱਲਾਂ ਬਾਤਾਂ ਕਰਾਂਗੇ। ਪਰ ਫਿਲਹਾਲ ਹੁਣ ਆਪਣੇ ਹੋਸਟ ਦੋਸਤ ਰਿਦਮ ਤੇ ਮੇਰੇ ਪ੍ਰਿਯ ਟੀਚਰ ਰਜੇਸ਼ ਸ਼ਰਮਾ ਜੀ ਨੂੰ ਦਿਓ ਆਗਿਆ। ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ